ਬੇਸਿਕਲੀ ਆਪਾਂ ਦੇਖਦੇ ਹਾਂ ਕਿ ਮੈਮਰੀਜ਼ 'ਚ ਆਪਣੇ ਕੋਲ ਮੈਮਰੀ ਹਾਇਰਾਰਕੀ ਦੇ ਵਿੱਚ ਆਪਣੇ ਕੋਲ ਚਾਰ ਤਰ੍ਹਾਂ ਦੀਆਂ ਮੈਮਰੀਜ਼ ਆਪਾਂ ਯੂਜ਼ ਕਰਦੇ ਹਾਂ। CPU ਰਜਿਸਟਰਸ, ਮੇਨ ਮੈਮਰੀ ਜੋ ਪ੍ਰਾਇਮਰੀ ਮੈਮਰੀ ਬੋਲਦੇ ਹਾਂ, ਸੈਕੰਡਰੀ ਮੈਮਰੀ ਐਂਡ ਕੈਸ਼ੇ ਮੈਮਰੀ। ਸੋ CPU ਰਜਿਸਟਰਸ ਆਪਾਂ ਨੂੰ ਪਤਾ ਹੈ ਕਿ ਕਿੱਥੇ ਹੁੰਦੇ ਨੇ, ਪ੍ਰੋਸੈਸਰ ਦੇ ਨਾਲ ਹੀ ਹੁੰਦੇ ਨੇ ਜਾਂ ਕਹਿ ਸਕਦੇ ਹਾਂ ਪ੍ਰੋਸੈਸਰ 'ਚ ਹੁੰਦੇ ਨੇ, ਜੋ ਕਿ ਕਾਫੀ ਹਾਈ ਸਪੀਡ ਤੇ ਕੰਮ ਕਰਦੇ ਆ। ਸੋ ਥੀਸ ਮੇ ਆਲਸੋ ਬੀ ਰੈਫਰ ਟੂ ਐਜ਼ ਜਨਰਲ ਪਰਪਸ ਰਜਿਸਟਰਸ। ਇਹਨਾਂ ਨੂੰ ਆਪਾਂ ਜਨਰਲ ਪਰਪਸ ਰਜਿਸਟਰ ਵੀ ਕਹਿ ਸਕਦੇ ਹਾਂ। ਥੀਸ ਰਜਿਸਟਰਸ ਆਰ ਪਲੇਸਡ ਇਨਸਾਈਡ ਦੀ CPU। CPU ਦੇ ਵਿੱਚ ਹੀ ਹੁੰਦੇ ਨੇ ਇਹ ਐਂਡ ਸਰਵ ਐਜ਼ ਏ ਵਰਕਿੰਗ ਮੈਮਰੀ ਫॉर ਟੈਂਪਰੇਰੀ ਸਟੋਰੇਜ ਆਫ ਇਨਸਟਰਕਸ਼ਨਸ ਐਂਡ ਡਾਟਾ। ਸੋ ਬੇਸਿਕਲੀ ਇਹ ਆਪਾਂ ਨੂੰ ਟੈਂਪਰੇਰੀ ਸਟੋਰੇਜ ਲਈ ਯੂਜ਼ ਕਰਦੇ ਹਾਂ ਆਪਾਂ ਇਹਨਾਂ ਨੂੰ, ਕਿ ਇਹਦੇ ਵਿੱਚ ਆਪਾਂ ਕੋਈ ਵੀ ਡਾਟਾ ਐਂਡ ਕੋਈ ਵੀ ਰਿਜ਼ਲਟਸ ਨੇ ਜਿਹੜੇ ਟੈਂਪਰੇਰੀ ਸਟੋਰ ਕਰ ਸਕਦੇ ਹਾਂ, ਕਿਉਂਕਿ ਜੋ ਵੀ ਪ੍ਰੋਸੈਸਿੰਗ ਹੁੰਦੀ ਹੈ ਉਹ ਆਪਾਂ ਰਜਿਸਟਰ ਦੇ ਵਿੱਚ ਕਰ ਸਕਦੇ ਹਾਂ ਤਾਂ ਕਿ ਉਹ ਪ੍ਰੋਸੈਸਿੰਗ ਹੈ ਕਾਫੀ ਫਾਸਟ ਹੁੰਦੀ ਹੈ। ਸੋ ਇਟਸ ਕੈਪੈਸਿਟੀ ਇਜ਼ ਯੂਜ਼ਲੀ ਆਫ 32 ਡਾਟਾ ਵਰਡਸ। ਸੋ ਜਨਰਲੀ ਇਹਦੀ ਕੈਪੈਸਿਟੀ 16 ਡਾਟਾ ਵਰਡਸ ਜਾਂ 32 ਡਾਟਾ ਵਰਡਸ ਤੱਕ ਹੀ ਹੁੰਦੀ ਹੈ, ਜ਼ਿਆਦਾ ਕੈਪੈਸਿਟੀ ਇਹਨਾਂ ਦੀ ਨਹੀਂ ਹੁੰਦੀ। The data may be written into or read from the register within a single clock cycle। ਸੋ ਜੋ ਵੀ ਇਹਦੇ ਚ ਆਪਰੇਸ਼ਨ ਹੁੰਦਾ ਹੈ, ਚਾਹੇ ਡਾਟਾ ਆਪਾਂ ਰੀਡ ਕਰ ਰਹੇ ਹਾਂ ਚਾਹੇ ਆਪਾਂ ਡਾਟਾ ਰਾਈਟ ਕਰ ਰਹੇ ਹਾਂ, ਉਹ ਸਿੰਗਲ ਕਲੌਕ ਸਾਈਕਲ ਦੇ ਵਿੱਚ ਪਰਫਾਰਮ ਹੁੰਦਾ ਹੈ। ਸੋ ਰਜਿਸਟਰਸ ਨੇ ਜਿਹੜੇ ਸਭ ਤੋਂ ਹਾਈ ਸਪੀਡ ਮੈਮਰੀ ਹੈ, ਬਟ ਇਹਦੀ ਲਿਮਿਟੇਸ਼ਨ ਹੈ ਕਿ ਇਹਦੀ ਜੋ ਲੈਂਥ ਹੈ ਉਹ ਕਾਫੀ ਘੱਟ ਹੁੰਦੀ ਹੈ ਤੇ ਆਪਣੇ ਕੋਲ ਕਾਫੀ ਲਿਮਟਡ ਨੰਬਰ ਆਫ ਰਜਿਸਟਰਸ ਹੁੰਦੇ ਨੇ। ਸੋ ਇਸ ਕਰਕੇ ਆਪਾਂ ਹਰੇਕ ਪਰਪਸ ਲਈ ਇਹਨਾਂ ਨੂੰ ਯੂਜ਼ ਨਹੀਂ ਕਰ ਸਕਦੇ। ਦੈਨ ਨੈਕਸਟ ਹੈ ਮੇਨ ਮੈਮਰੀ ਜਾਂ ਕਹਿ ਸਕਦੇ ਹਾਂ ਪ੍ਰਾਇਮਰੀ ਮੈਮਰੀ। ਸੋ ਦਿਸ ਇਜ਼ ਲਾਰਜ ਫਾਸਟ ਐਕਸਟਰਨਲ ਮੈਮਰੀ। ਸੋ ਐਕਸਟਰਨਲ ਮੈਮਰੀ ਹੈ ਇਹ CPU ਦੇ ਵਿੱਚ ਨਹੀਂ ਹੁੰਦੀ, ਬਟ ਇਹ ਪ੍ਰੋਸੈਸਰ ਤੋਂ ਐਕਸਟਰਨਲ ਹੁੰਦੀ ਹੈ। ਸਟੋਰਿੰਗ ਪ੍ਰੋਗਰਾਮਸ ਐਂਡ ਡਾਟਾ ਦੈਟ ਆਰ ਇਨ ਐਕਟਿਵ ਯੂਜ਼। ਸੋ ਜਿਹੜੇ ਡਾਟਾ ਤੇ ਪ੍ਰੋਗਰਾਮਸ ਐਕਟਿਵ ਯੂਜ਼ਡ ਨੇ, ਜੋ ਆਪਾਂ ਕਰੰਟਲੀ ਐਗਜ਼ੀਕਿਊਟ ਕਰ ਰਹੇ ਹਾਂ, ਜੋ ਕਰੰਟਲੀ ਐਕਟਿਵ ਨੇ, ਉਹੀ ਡਾਟਾ ਮੇਨ ਮੈਮਰੀ ਦੇ ਵਿੱਚ ਹੁੰਦਾ ਹੈ। ਸਟੋਰੇਜ ਲੋਕੇਸ਼ਨਸ ਇਨ ਮੇਨ ਮੈਮਰੀ ਆਰ ਐਡਰੈਸਡ ਡਾਇਰੈਕਟਲੀ ਬਾਈ ਦੀ CPU's ਲੋਡ ਐਂਡ ਸਟੋਰ ਇੰਸਟਰਕਸ਼ਨ। ਸੋ CPU ਹੈ ਜਿਹੜਾ ਮੇਨ ਮੈਮਰੀ ਨੂੰ ਡਾਇਰੈਕਟਲੀ ਐਕਸੈਸ ਕਰ ਸਕਦਾ ਹੈ, ਇਸ ਕਰਕੇ ਜੋ ਉਹਦੀਆਂ ਸਟੋਰੇਜ ਲੋਕੇਸ਼ਨ ਨੇ ਉਹ ਡਾਇਰੈਕਟਲੀ ਐਡਰੈਸ ਹੋ ਸਕਦੀਆਂ ਨੇ ਬਾਈ CPU। The access is slower because of main memory's large capacity and secondly it being physically separated from the CPU। ਸੋ ਜੋ ਇਹਦੀ ਐਕਸੈਸ ਟਾਈਮ ਹੈ ਉਹ ਥੋੜਾ ਜਿਹਾ ਸਲੋਅਰ ਹੈ, ਐਕਸੈਸ ਟਾਈਮ ਇਸ 'ਚ ਜ਼ਿਆਦਾ ਲੱਗਦਾ ਹੈ rather than ਰਜਿਸਟਰਸ। ਸੋ ਰਜਿਸਟਰ ਨਾਲੋਂ ਇਹ ਮੈਮਰੀ ਹੈ ਜਿਹੜੀ ਥੋੜੀ ਸਲੋ ਹੁੰਦੀ ਹੈ, ਬਟ ਸਟਿਲ ਕਾਫੀ ਫਾਸਟ ਮੈਮਰੀ ਹੈ। ਦੀ ਐਕਸੈਸ ਟਾਈਮ ਇਜ਼ ਆਫ 5 or more clock cycle। ਸੋ ਅਗਰ ਆਪਾਂ ਮੇਨ ਮੈਮਰੀ 'ਚੋਂ ਕੋਈ ਵੀ ਡਾਟਾ ਐਕਸੈਸ ਕਰਨਾ ਹੈ ਤਾਂ ਉਹਦੇ ਲਈ ਆਪਾਂ ਨੂੰ 5 ਜਾਂ ਇਸ ਤੋਂ ਜ਼ਿਆਦਾ ਕਲੌਕ ਸਾਈਕਲ ਦੀ ਜ਼ਰੂਰਤ ਪੈਂਦੀ ਹੈ। ਸੋ ਇੱਥੇ ਰਜਿਸਟਰ ਦੇ ਵਿੱਚ ਇੱਕ ਸਿੰਗਲ ਕਲੌਕ ਸਾਈਕਲ ਦੀ ਲੋੜ ਸੀ, ਇੱਥੇ 5 or more ਸਾਈਕਲਸ ਦੀ ਜ਼ਰੂਰਤ ਹੈ। ਨੈਕਸਟ ਹੈ ਸੈਕੰਡਰੀ ਮੈਮਰੀ। ਸੈਕੰਡਰੀ ਮੈਮਰੀ ਆਪਾਂ ਪਰਮਾਨੈਂਟ ਸਟੋਰੇਜ ਲਈ ਯੂਜ਼ ਕਰਦੇ ਹਾਂ। ਜੋ ਮੇਨ ਮੈਮਰੀ ਹੁੰਦੀ ਹੈ ਇਹ ਪਰਮਾਨੈਂਟ ਸਟੋਰੇਜ ਲਈ ਯੂਜ਼ ਨਹੀਂ ਹੁੰਦੀ। ਇਹਦੇ 'ਚ ਜੋ ਵੀ ਡਾਟਾ ਉਹ ਸਿਰਫ ਉਸ ਟਾਈਮ ਤੱਕ ਹੀ ਸਟੋਰ ਰਹਿੰਦਾ ਜਿਸ ਟਾਈਮ ਤੱਕ ਇਲੈਕਟ੍ਰਿਸਿਟੀ ਔਨ ਹੈ। ਸੋ ਉਸ ਤੋਂ ਬਾਅਦ ਅਗਰ ਆਪਾਂ ਡਾਟਾ ਪਰਮਾਨੈਂਟਲੀ ਸਟੋਰ ਕਰਨਾ ਹੈ ਤਾਂ ਆਪਾਂ ਸੈਕੰਡਰੀ ਮੈਮਰੀ ਯੂਜ਼ ਕਰਦੇ ਹਾਂ। So this memory stores system programs, data files, etc. which are not continually required by the CPU। So ਜਿਹੜੇ CPU ਵੱਲੋਂ continuously required ਨਹੀਂ ਹੈ ਉਹ ਡਾਟਾ ਆਪਾਂ ਸਾਰਾ ਇੱਥੇ ਸਟੋਰ ਕਰਦੇ ਹਾਂ। It is much larger in capacity but much slower than the main memory। So ਇਹਦੀ capacity ਹੈ ਜਿਹੜੀ ਕਾਫੀ ਜ਼ਿਆਦਾ ਹੁੰਦੀ ਹੈ। ਜਨਰਲੀ ਅੱਜ ਕੱਲ੍ਹ ਆਪਾਂ TV ਦੇ ਵਿੱਚ ਕਹਿ ਸਕਦੇ ਹਾਂ 1 TB 2 TB ਆਪਾਂ ਹਾਰਡ ਡਿਸਕ ਯੂਜ਼ ਕਰਦੇ ਹਾਂ, ਬਟ ਇਹਦਾ ਜੋ ਐਕਸੈਸ ਟਾਈਮ ਹੈ ਉਹ ਕਾਫੀ ਸਲੋਅਰ ਹੁੰਦਾ ਹੈ। Information in secondary memory is considered to be online but is accessed indirectly via input-output programs। So जो secondary memory ਤੇ ਜੋ ਵੀ information ਹੈ ਉਹ indirectly access ਹੁੰਦੀ ਹੈ। CPU ਉਹਨਾਂ ਨੂੰ directly access ਨਹੀਂ ਕਰ ਸਕਦਾ, CPU ਉਹਨਾਂ ਨੂੰ access ਕਰਦਾ ਹੈ through main memory। So that transfer information between main and secondary memory। So ਪਹਿਲਾਂ data main memory 'ਚ ਜਾਏਗਾ secondary memory ਤੋਂ, ਫਿਰ CPU ਨੂੰ access ਕਰੇਗਾ। So CPU ਹੈ ਜਿਹੜਾ ਸੈਕੰਡਰੀ ਮੈਮਰੀ ਨੂੰ ਡਾਇਰੈਕਟਲੀ ਐਕਸੈਸ ਨਹੀਂ ਕਰ ਸਕਦਾ। ਮੈਗਨੈਟਿਕ ਹਾਰਡ ਡਿਸਕਸ ਐਂਡ CD-ROMs ਆਰ ਐਗਜ਼ਾਮਪਲਸ ਆਫ ਸੈਕੰਡਰੀ ਮੈਮਰੀ। ਸੋ ਜਨਰਲੀ ਆਪਾਂ ਮੈਗਨੈਟਿਕ ਹਾਰਡ ਡਿਸਕ ਜੋ ਯੂਜ਼ ਕਰਦੇ ਹਾਂ, ਸੋ ਸੈਕੰਡਰੀ ਮੈਮਰੀ ਦੀ ਬੈਸਟ ਐਗਜ਼ਾਮਪਲ ਹੈ। ਦੀ ਐਕਸੈਸ ਟਾਈਮ ਆਰ ਯੂਜ਼ਲੀ ਮੇਜਰਡ ਇਨ ਮਿਲੀ ਸੈਕਿੰਡਸ। ਸੋ ਇੱਥੇ ਜਿਹੜਾ ਐਕਸੈਸ ਟਾਈਮ ਆ ਉਹ ਕਾਫੀ ਜ਼ਿਆਦਾ ਹੁੰਦਾ ਇਹਦੇ ਵਿੱਚ, ਸੋ ਇਹ ਮਿਲੀ ਸੈਕਿੰਡਸ 'ਚ ਆਪਾਂ ਮੇਜਰ ਕਰ ਸਕਦੇ ਹਾਂ। ਨੈਕਸਟ ਹੈ ਕੈਸ਼ੇ ਮੈਮਰੀ। ਕੈਸ਼ੇ ਮੈਮਰੀ ਫਿਜ਼ੀਕਲੀ ਆਪਾਂ ਨੂੰ ਪਤਾ ਹੈ ਕਿ CPU ਐਂਡ ਮੇਨ ਮੈਮਰੀ ਦੇ ਇਨ ਬਿਟਵੀਨ ਪਲੇਸ ਕੀਤੀ ਜਾਂਦੀ ਹੈ। So most computers now have another level of integrated circuit memory, sometimes several such levels called cache memory। So ਇਹਦੇ different level ਵੀ ਹੋ ਸਕਦੇ ਨੇ, L1, L2, L3। So ਇਹਨੂੰ ਆਪਾਂ cache memory ਬੋਲਦੇ ਹਾਂ, which is positioned logically between the CPU registers and main memory। So basically ਇਹ
CPU ਤੇ ਮੇਨ ਮੈਮਰੀ ਦੇ ਵਿੱਚ ਪਲੇਸ ਕੀਤੀ ਜਾਂਦੀ ਹੈ। The storage capacity of cache is less as compared to that of the main memory. So main memory ਜਾਂ RAM ਨਾਲੋਂ ਇਹਦੀ capacity ਘੱਟ ਹੁੰਦੀ ਹੈ, but its access time is of 1 to 3 cycle. So ਇਹਦਾ access time ਹੈ ਜਿਹੜਾ 1 to 3 cycle ਦੇ ਵਿੱਚ ਹੁੰਦਾ ਹੈ। The cache being much faster than the main memory as some or all of it can reside on the same IC as the CPU. Cache memory ਹੈ ਜੋ main memory ਨਾਲੋਂ ਕਾਫੀ ਜ਼ਿਆਦਾ fast ਹੈ, because ਇਹਨੂੰ ਆਪਾਂ processor ਦੇ same IC ਸਰਕਿਟ ਦੇ ਉੱਤੇ ਵੀ ਪਲੇਸ ਕਰ ਸਕਦੇ ਹਾਂ, ਜਾਂ ਕਹਿ ਸਕਦੇ ਹਾਂ ਕਿ ਇਨ ਬਿਟਵੀਨ CPU ਐਂਡ ਮੇਨ ਮੈਮਰੀ ਪਲੇਸ ਹੋ ਰਹੀ ਹੈ ਕੈਸ਼ ਮੈਮਰੀ। ਸੋ ਇਸ ਕਰਕੇ ਜੋ ਇਹਦਾ ਐਕਸੈਸ ਟਾਈਮ ਹੈ ਉਹ ਕਾਫੀ ਫਾਸਟਰ ਹੈ ਐਜ਼ ਕੰਪੇਅਰ ਟੂ ਮੇਨ ਮੈਮਰੀ। ਸੋ ਸਭ ਤੋਂ ਜ਼ਿਆਦਾ ਫਾਸਟ ਆਪਾਂ ਕਹਿ ਸਕਦੇ ਹਾਂ ਰਜਿਸਟਰਸ ਨੇ, ਉਸ ਤੋਂ ਬਾਅਦ ਕੈਸ਼ ਮੈਮਰੀ, ਦੈਨ ਮੇਨ ਮੈਮਰੀ ਐਂਡ ਦੈਨ ਲਾਸਟ ਦੇ ਵਿੱਚ ਸੈਕੰਡਰੀ ਮੈਮਰੀ। ਸੋ ਹੁਣ ਆਪਾਂ ਇਹਨਾਂ ਨੂੰ ਡਿਟੇਲ 'ਚ ਕਰਦੇ ਹਾਂ। ਮੇਨ ਮੈਮਰੀ, ਸਭ ਤੋਂ ਪਹਿਲਾਂ ਮੇਨ ਮੈਮਰੀ ਦੇ ਵਿੱਚ ਬੇਸਿਕਲੀ ਆਪਾਂ ਦੋ ਮੈਮਰੀਜ਼ ਯੂਜ਼ ਕਰਦੇ ਹਾਂ, RAM ਐਂਡ ROM। RAM ਇਜ਼ ਰੈਂਡਮ ਐਕਸੈਸ ਮੈਮਰੀ। ਸੋ ਰੈਂਡਮ ਐਕਸੈਸ ਮੈਮਰੀ ਆਪਾਂ ਨੂੰ ਪਤਾ ਹੈ ਕਿ ਆਪਾਂ ਕਿਉਂ ਯੂਜ਼ ਕਰਦੇ ਹਾਂ। ਜੋ ਵੀ ਪ੍ਰੋਗਰਾਮਸ ਆਪਾਂ ਕਰੰਟਲੀ ਐਗਜ਼ੀਕਿਊਟ ਕਰ ਰਹੇ ਹਾਂ, ਜੋ ਵੀ ਤੁਸੀਂ ਕੁਝ ਵੀ ਐਗਜ਼ੀਕਿਊਸ਼ਨ ਕਰਨੀ ਹੈ ਤਾਂ ਉਹ ਐਗਜ਼ੀਕਿਊਸ਼ਨ ਲਈ ਜੋ ਵੀ ਆਪਾਂ ਨੂੰ ਇੰਸਟਰਕਸ਼ਨ ਐਂਡ ਡਾਟਾ ਚਾਹੀਦੇ ਹੈ, ਜੋ ਵੀ ਪ੍ਰੋਗਰਾਮਸ ਆਪਾਂ ਨੂੰ ਚਾਹੀਦੇ ਆ, ਉਹ ਪਹਿਲਾਂ ਮੇਨ ਮੈਮਰੀ 'ਚ ਲੋਡ ਹੋਣਗੇ, RAM ਦੇ ਵਿੱਚ ਲੋਡ ਹੋਣਗੇ, ਦੈਨ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਹੋਏਗੀ। ਸੋ ਉਹਦੇ ਵਿੱਚ ਵੀ ਅੱਗੇ ਦੋ ਟਾਈਪਸ ਆ ਜਾਂਦੀਆਂ ਨੇ, static RAM and dynamic RAM. So SRAM and DRAM ਦੀ ਫੁੱਲ ਫਾਰਮ ਇਹੀ ਹੈ ਕਿ static random access memory and dynamic random access memory. ਸੋ ਦੋਨਾਂ ਦੇ ਵਿੱਚ ਡਿਫਰੈਂਸ ਦੇਖਦੇ ਹਾਂ ਕੀ ਹੈ। ਪਹਿਲਾਂ static RAM ਦੇਖਦੇ ਹਾਂ। The data is stored in the cell. ਜੋ ਵੀ ਡਾਟਾ ਹੈ ਉਹ ਉਹ ਪਰਟੀਕੂਲਰ ਸੈੱਲ ਦੇ ਵਿੱਚ ਸਟੋਰ ਹੁੰਦਾ ਹੈ। The semiconductor read write memory is of two types. ਸੋ ਇਹ ਦੋ ਤਰ੍ਹਾਂ ਦੀ ਹੁੰਦੀ ਹੈ, RAM, static RAM and dynamic RAM. So each cell in the static memory is similar to a flip flop. ਜੋ static memory ਦੇ ਵਿੱਚ cells ਹੁੰਦੇ ਨੇ ਜਿੱਥੇ ਡਾਟਾ ਸਟੋਰ ਹੁੰਦਾ ਹੈ ਉਹ flip flop ਦੀ ਤਰ੍ਹਾਂ ਹੀ ਹੁੰਦਾ ਹੈ। flip flop ਕੀ ਹੁੰਦੇ ਨੇ? ਸਰਕਟ ਹੁੰਦੇ ਨੇ ਜਿਹਦੇ ਵਿੱਚ ਆਪਾਂ 1 bit ਸਟੋਰ ਕਰਵਾ ਸਕਦੇ ਹਾਂ। So each cell in a static memory is similar to a flip flop. It store a 1 or 0 as long as the power supply is present. So ਇੱਕ ਸੈੱਲ ਦੇ ਵਿੱਚ ਤੁਸੀਂ ਜਾਂ 1 ਸਟੋਰ ਕਰ ਸਕਦੇ ਹੋ ਜਾਂ 0 ਸਟੋਰ ਕਰ ਸਕਦੇ ਹੋ, ਤੇ ਉਹ ਓਨਾ ਟਾਈਮ ਉਹਦੇ ਵਿੱਚ ਸਟੋਰ ਰਹੇਗੀ ਜਿੰਨਾ ਟਾਈਮ ਤੇ ਪਾਵਰ ਸਪਲਾਈ ਔਨ ਹੈ। ਸੋ ਇਟ ਆਕੂਪਾਈਜ਼ ਮੋਰ ਸਪੇਸ ਐਜ਼ ਕੰਪੇਅਰ ਟੂ ਡਾਇਨਾਮਿਕ ਮੈਮਰੀ ਸੈੱਲ, ਬਟ ਇਟ ਇਜ਼ ਫਾਸਟਰ। ਸਪੇਸ ਇਹਦੇ ਵਿੱਚ ਜ਼ਿਆਦਾ ਰਿਕੁਆਇਰ ਹੁੰਦੀ ਹੈ, ਬਟ ਇਹ ਫਾਸਟਰ ਹੈ ਐਜ਼ ਕੰਪੇਅਰ ਟੂ ਡਾਇਨਾਮਿਕ ਰੈਮ, ਬਿਕੋਜ਼ ਇਹਦੇ ਵਿੱਚ ਜਿਹੜਾ ਡਾਟਾ ਹੈ ਉਹ ਪਰਮਾਨੈਂਟਲੀ ਉੱਥੇ ਹੀ ਰਹਿੰਦਾ ਹੈ ਜਿੰਨਾ ਟਾਈਮ ਪਾਵਰ ਸਪਲਾਈ ਔਨ ਹੈ। ਸੋ ਈਚ ਡਾਇਨਾਮਿਕ ਮੈਮਰੀ ਸੈੱਲ it occupies more space as compared to dynamic memory cell, but it is faster. So ये faster है। Each dynamic memory cell is like a capacitor. ਜਿਹੜਾ dynamic cell है वो एक तरह ਦਾ capacitor ਦੀ ਤਰ੍ਹਾਂ ਹੁੰਦਾ ਹੈ। Storing 1 or 0 is like storing a charge on capacitor. So ਜਿਹੜਾ dynamic cell ਦੇ ਵਿੱਚ ਆਪਾਂ 1 ਜਾਂ 0 ਸਟੋਰ ਕਰਦੇ ਹਾਂ ਉਹ ਇੱਕ ਤਰ੍ਹਾਂ ਦਾ ਕੀ ਹੈ, ਆਪਾਂ ਉੱਥੇ ਚਾਰਜ ਸਟੋਰ ਕਰ ਰਹੇ ਹਾਂ ਜਿਹੜਾ ਕਿ ਥੋੜੇ ਟਾਈਮ ਬਾਅਦ ਆਟੋਮੈਟਿਕਲੀ ਡਿਸਚਾਰਜ ਹੋਣਾ ਸਟਾਰਟ ਹੋ ਜਾਂਦਾ ਹੈ। So which get discharge only for ਓਵਰ ਏ ਪੀਰੀਅਡ ਆਫ ਟਾਈਮ। ਸੋ ਥੋੜੇ ਟਾਈਮ ਬਾਅਦ ਉਹ ਡਿਸਚਾਰਜ ਹੋਣ ਲੱਗ ਜਾਂਦਾ ਹੈ, ਜਿਹਦੇ ਨਾਲ ਕੀ ਹੈ 1 ਔਰ 0 ਜੋ ਵੀ ਆਪਾਂ ਸਟੋਰ ਕੀਤਾ ਹੈ ਉਥੋਂ ਇਰੇਜ਼ ਹੋਣੀ ਸਟਾਰਟ ਹੋ ਜਾਂਦੀ ਹੈ। ਸੋ ਇਹ ਡਾਇਨਾਮਿਕ ਮੈਮਰੀ ਸੈੱਲ ਕੈਨ ਯੂਜ਼ਲੀ ਰਿਟੇਨ ਇਟਸ ਕੰਟੈਂਟ ਓਨਲੀ ਫॉर ਅਬਾਊਟ 2 ਮਿਲੀ ਸੈਕਿੰਡ ਡਿਊ ਟੂ ਡਿਸਚਾਰਜ। ਸੋ ਜਿਹੜਾ ਡਾਇਨਾਮਿਕ ਮੈਮਰੀ ਸੈੱਲ ਹੈ ਉਹਦੇ ਵਿੱਚ ਤੁਸੀਂ ਚਾਹੇ 1 ਸਟੋਰ ਕੀਤਾ ਚਾਹੇ 0 ਸਟੋਰ ਕੀਤਾ, ਜੋ ਵੀ ਡਾਟਾ ਹੈ ਉਹਦੇ ਵਿੱਚ ਉਹ ਥੋੜੇ ਟਾਈਮ ਬਾਅਦ ਆਟੋਮੈਟਿਕਲੀ ਡਿਸਚਾਰਜ ਹੋਣ ਲੱਗ ਜਾਂਦਾ ਹੈ। ਜਨਰਲੀ ਉਹ ਜਿਹੜਾ ਟਾਈਮ ਹੈ 2 ਮਿਲੀ ਸੈਕਿੰਡ ਤੱਕ ਰਿਟੇਨ ਕਰਦਾ ਹੈ। So hence after 2 millisecond is over, its content should be rewritten again. So 2 millisecond ਬਾਅਦ ਆਪਾਂ ਨੂੰ ਉੱਥੇ ਅਗਰ 1 ਸਟੋਰ ਹੈ ਤਾਂ 1 ਦੁਬਾਰਾ ਉੱਥੇ ਸਟੋਰ ਕਰਨਾ ਪਏਗਾ, ਅਗਰ 0 ਹੈ ਤਾਂ 0 ਦੁਬਾਰਾ ਰੀਸਟੋਰ ਕਰਨਾ ਪਏਗਾ, ਜਿਹਨੂੰ ਆਪਾਂ ਕਹਿੰਦੇ ਆ ਰੀਚਾਰਜ ਕਰਨਾ ਪਏਗਾ, ਕਿਉਂਕਿ ਇਹ ਕੈਪੈਸਿਟਰ ਦਾ ਬਣਿਆ ਹੁੰਦਾ ਹੈ। ਸੋ ਕੈਪੈਸਿਟਰ ਨੂੰ ਰੀਚਾਰਜ ਕਰਨਾ ਪੈਂਦਾ ਥੋੜੇ ਟਾਈਮ ਬਾਅਦ। ਦਿਸ ਇਜ਼ ਨੋਨ ਐਜ਼ ਰੀਫਰੈਸ਼ਿੰਗ। ਸੋ ਡਾਇਨਾਮਿਕ ਸੈੱਲ ਹੈ ਜਿਹੜਾ ਉਹਨੂੰ ਰੀਫਰੈਸ਼ ਕਰਨਾ ਪੈਂਦਾ ਥੋੜੇ ਟਾਈਮ ਬਾਅਦ। Additional circuitry is needed to perform periodic refreshing of dynamic memory. So ਇਸ ਕਰਕੇ ਆਪਾਂ ਨੂੰ additional circuit ਵੀ ਲੋਡ ਪੈਂਦੀ ਹੈ। ਸੋ ਆਟੋਮੈਟਿਕਲੀ ਥੋੜੇ ਟਾਈਮ ਬਾਅਦ ਉਹਨੂੰ ਰੀਫਰੈਸ਼ ਕਰਦਾ ਰਹਿੰਦਾ ਤਾਂ ਕਿ ਜਿਹੜਾ ਜੋ ਵੀ ਡਾਟਾ ਉਹ ਡਿਸਚਾਰਜ ਨਾ ਹੋਵੇ। ਸੋ ਸਟੈਟਿਕ ਮੈਮਰੀ ਇਜ਼ ਕੋਸਟਲੀ ਸਿੰਸ ਇਟ ਨੀਡਸ ਐਟ ਲੀਸਟ 6 ਟ੍ਰਾਂਜ਼ਿਸਟਰ ਟੂ ਬਿਲਡ ਏ ਮੈਮਰੀ ਸੈੱਲ। ਸਟੈਟਿਕ ਮੈਮਰੀ ਜਿਹੜੀ ਉਹ ਕੋਸਟਲੀ ਹੁੰਦੀ ਹੈ ਕਿਉਂਕਿ ਉਹ ਇੱਕ ਸੈੱਲ ਦੇ ਵਾਸਤੇ ਆਪਾਂ ਨੂੰ 6 ਟ੍ਰਾਂਜ਼ਿਸਟਰ ਦੀ ਜ਼ਰੂਰਤ ਪੈਂਦੀ ਹੈ ਸਟੈਟਿਕ ਮੈਮਰੀ 'ਚ। and its packing density is poor. ਉਹਦੀ packing density ਹੈ ਥੋੜੀ poor ਹੁੰਦੀ ਹੈ as compared to dynamic RAM. So it is used in application where we need small and fast memory such as cache memory. So generally cache memory ਚ ਵੀ use ਹੁੰਦੀ ਹੈ।
Dynamic memory has good packing density and is cheaper and hence it is used for main memory. So main memory च जनरली ਆਪਾਂ ज़्यादातर dynamic memory यूज़ करते हैं because ਇਹਦੀ packing density good है ਤੇ सस्ती भी है। सो इसी रैम जनरली दो तरह की है, स्टैटिक रैम एंड डायनेमिक रैम। सो दोनों का डिफरेंस काफ़ी इंपॉर्टेंट है, ये पता होना चाहिए अपन। दैन नेक्स्ट है रोम। रोम इज रीड ओनली मैमरी। रीड ओनली अपन नाम तो ही पता है कि रीड कर सकते हैं, अपन ये कुछ भी डाटा राइट नहीं कर सकते। बट अजकल रोम दियाँ एडवांस टाइप्स भी आ गई हैं जिन्होंने आप डाटा राइट भी कर सकते हैं। सो अकॉर्डिंगली वो जनरेशन के अकॉर्डिंग कह सकते हैं अपने को अलग अलग तरह दियाँ रोम्स ने। सो रोम, पी रोम, ई पी रोम, ई पी रोम एंड फ्लैश मैमरी। सो ये वन बाय वन आप देखते हैं टाइप्स किमें ने। सब तो पहला है रोम। रोम दे विच की है, दी रोम इज मास्क प्रोग्राम्ड बाय दी मैन्युफैक्चरर। जिहड़ी रोम है रीड ओनली मैमरी, वो मैन्युफैक्चरर वालों ही प्रोग्राम्ड की जाती है। जो भी उसका डाटा है वो मैन्युफैक्चरर ही स्टोर करके देगा इन दी फैक्ट्री विद दी कंटेंट्स ऑर्डर्ड बाय दी कस्टमर। सो जो भी कस्टमर डाटा ऑर्डर करेगा, जो भी कंप्यूटर ऑर्डर करेगा, ਉਹਦੇ अकॉर्डिंगली रोम ਦੇ ਵਿੱਚ डाटा स्टोर किया जाएगा। वो कौन करेगा? मैन्युफैक्चरर। दी कंटेंट्स आर फिक्सड बाय दी मैटल मास यूज्ड ड्यूरिंग चिप फैब्रिकेशन। सो जिस टाइम ਤੇ ਉਹ चिप फैब्रिकेशन होएगी उस टाइम ਤੇ ही ਉਹਦੇ ਚ जो भी कंटेंट है वो फिक्स हो जाएंगे। ਉਹਦਾ कंटेंट है वो पहला तो ही राइट होएगा। सो वंस प्रोग्राम्ड दी रोम बिकम्स ए रीड ओनली मैमरी। सो एक बार जो मैन्युफैक्चरर ने उन्होंने प्रोग्राम्ड करता है, जो भी वो डाटा स्टोर करता है, उस तो बाद रोम की है रीड ओनली मैमरी बन जाती है। रीड ओनली मैमरी का मतलब कि आप डाटा सिर्फ रीड कर सकते हैं, देख सकते हैं, आप कुछ भी चेंज नहीं कर सकते, ना ही वो कुछ डिलीट कर सकते हैं। सो एंड इट्स कंटेंट्स कैन नॉट बी इरेज्ड। सो हुण वो सिर्फ रीड ओनली मैमरी है, वो कुछ भी डाटा इरेज नहीं हो सकता। ईवन इफ ए सिंगल बिट इज रोंगली प्रोग्राम्ड। अगर वो मैन्युफैक्चरर तो कुछ भी गलती हो जाती है, अगर एक सिंगल बिट भी गलत हो जाती है, दैन वो रोम की जी चिप है वो पूरी की पूरी यूजलैस होएगी। सो नैक्सट है प्रोग्रामेबल रीड ओनली मैमरी। सो जो रोम से कली उन्होंने मैन्युफैक्चरर प्रोग्राम्ड कर रहा सी, बट उन्हें इतने प्रोग्रामेबल नूं की है, जो यूजर है, जो कस्टमर है, वो खुद प्रोग्राम्ड कर सकता है, बट ओनली वन टाइम। सो दी पी रोम इज ए फील्ड प्रोग्रामेबल डिवाइस। The customer buy a blank PROM and enters the desired content using a PROM programmer. So ਜਿਹੜਾ ਕਸਟਮਰ ਹੈ ਉਹ ਮਾਰਕੀਟ ਤੋਂ ਇੱਕ ਬਲੈਂਕ PROM ਚਿਪ ਖਰੀਦ ਸਕਦਾ ਹੈ ਤੇ ਉਹਦੇ ਚ ਜੋ ਵੀ ਆਪਣਾ ਕੰਟੈਂਟ ਹੈ ਉਹ ਰਾਈਟ ਕਰ ਸਕਦਾ ਹੈ using the PROM programmer, ਜਿਹਨੂੰ ਆਪਾਂ ਬਰਨਰ ਵੀ ਬੋਲਦੇ ਹਾਂ। So there are small fuses inside the PROM chip. ਉਹਦੇ ਚ ਛੋਟੇ ਛੋਟੇ fuses ਹੁੰਦੇ ਨੇ। So these are burnt during programming. So ਜਿਹੜੇ ਕਿ ਪ੍ਰੋਗਰਾਮਿੰਗ ਟਾਈਮ ਤੇ ਯਾਨੀ ਕਿ ਜਦੋਂ ਆਪਾਂ ਉਹਦੇ ਚ ਡਾਟਾ प्रोग्राम करते हैं, जो भी आप इंस्ट्रक्शन स्टोर करते हैं फर्स्ट टाइम ते, उस टाइम ते जो फ्यूजिज ने बर्नट आउट हो जाते हैं। दी PROM चिप कैन बी प्रोग्राम्ड ओनली वंस। सो जी ये चिप है PROM चिप, इनू सिर्फ एक बार ही प्रोग्राम किया जा सकता है एंड इट्स कंटेंट कैन नॉट बी इरेज्ड। जो एक बार ते जो भी एक बार ये प्रोग्रामिंग हो गई, जो भी ये कंटेंट स्टोर हो गए, वो आप इरेज नहीं कर सकते। सो इट इज़ चीपर एंड अट्रैक्टिव फॉर द कस्टमर टू बाई PROM फ्रॉम द मार्केट एंड प्रोग्राम्ड इट रादर दैन ऑर्डरिंग रोम विद दी मैन्युफैक्चरर। सो ये काफ़ी सस्ती भी है तो अट्रैक्टिव भी है कि यूजर अपने जो भी कस्टमर है वो PROM खुद एक ब्लैंक PROM चिप खरीद के अपनी मर्जी का जो भी कंटेंट है वो स्टोर करवा सकता है रादर दैन कि मैन्युफैक्चरर तो वो ऑर्डर करे। नैक्सट है ई PROM। ई का मतलब है हुण इत्थे इरेजेबल, यानी कि आप जो कंटेंट है उन्होंने इरेज भी कर सकते हैं। So the customer buys an empty EPROM chip from the market. So इत्थे आप मार्केट तो एक ब्लैंक चिप खरीद सकते हैं। और PROM प्रोग्रामर स्टोर्स द कंटेंट इन डिफरेंट लोकेशन ऑफ द EPROM। सो सेम प्रोग्रामर के थ्रू आप कंटेंट स्टोर करवा सकते हैं। वाइल प्रोग्रामिंग एंड इलैक्ट्रिकल चार्ज इज ट्रैप्ड इन एन इंसुलेटेड गेट रीजन। सो प्रोग्रामिंग टाइम ते एक इलैक्ट्रिकल चार्ज उत्थे ट्रैप होएगा। सो द कंटेंट ऑफ EPROM कैन बी इरेज्ड by exposing it to ultraviolet light for a duration of about 30 minutes. So ਇਹਦੇ ਜਿਹੜਾ ਵੀ ਡਾਟਾ ਹੈ ਉਹ ਆਪਾਂ ਕਿਵੇਂ ਇਰੇਜ਼ ਕਰ ਸਕਦੇ ਹਾਂ? ਜੋ ਵੀ ਚਿਪ ਹੈ ਉਹਨੂੰ ਅਲਟਰਾਵਾਇਲਟ ਲਾਈਟ ਦੇ ਵਿੱਚ ਰੱਖ ਕੇ for about 30 minutes. ਸੋ ਆਪਾਂ ਉਹਨੂੰ ਅੱਧਾ ਘੰਟਾ ਅਲਟਰਾਵਾਇਲਟ ਲਾਈਟ ਦੇ ਵਿੱਚ ਰੱਖਣਾ ਪਏਗਾ, ਦੈਨ ਉਹਦਾ ਜਿਹੜਾ ਕੰਟੈਂਟ ਹੈ ਉਹ ਆਟੋਮੈਟਿਕਲੀ ਸਾਰੇ ਦਾ ਸਾਰਾ ਇਰੇਜ਼ ਹੋ ਜਾਏਗਾ। ਸੋ ਦਿਸ ਇਜ਼ ਡਨ ਬਾਈ ਪੁਟਿੰਗ ਦੀ IC ਇਨਸਾਈਡ ਦੀ EPROM ਇਰੇਜ਼ਰ ਇਕੁਇਪਮੈਂਟ। एक स्पैशल इक्विपमेंट होएगा जिहदे विच अल्ट्रावायलट रेज होणगीਆਂ, सो जोड़ा कि ਉਹਦਾ डाटा है इरेज कर देंगे एंड पासिंग अल्ट्रावायलट लाइट थ्रू ए क्वार्ट्ज विंडो एज ए रिजल्ट ऑफ विच द चार्ज इन द मेमोरी सेल इज इरेज्ड।
ਸੋ ਜਦੋਂ ਉਹਦੇ 'ਚ ਅਲਟਰਾਵਾਇਲਟ ਰੇਜ਼ ਉਹਦੇ ਵਿੱਚੋਂ ਪਾਸ ਹੋਣਗੀਆਂ ਅੱਧੇ ਘੰਟੇ ਤੱਕ ਤਾਂ ਉਹਦੇ 'ਚ ਜਿਹੜਾ ਵੀ ਡਾਟਾ ਹੈ ਉਹ ਸਾਰਾ ਇਰੇਜ਼ ਹੋ ਜਾਏਗਾ। ਸੋ ਦੀ ਇੰਟਾਇਰ EPROM ਇਜ਼ ਇਰੇਜ਼ਡ ਐਜ਼ ਏ ਹੋਲ। ਸੋ ਇਹਦੇ ਨਾਲ ਕੀ ਹੈ, ਪੂਰੀ ਦੀ ਪੂਰੀ ਜਿਹੜੀ ਚਿਪ ਹੈ, ਪੂਰੀ ਦੀ ਪੂਰੀ ਜਿਹੜੀ ਜੋ ਮੈਮਰੀ ਹੈ ਉਹ ਸਾਰੀ ਇਰੇਜ਼ ਹੋ ਜਾਏਗੀ। ਉਹਦੇ ਵਿੱਚੋਂ ਸਾਰਾ ਡਾਟਾ ਇਰੇਜ਼ ਹੋ ਕੇ ਆਪਾਂ ਉਹਨੂੰ ਦੁਬਾਰਾ ਫਿਰ ਪ੍ਰੋਗਰਾਮ ਕਰ ਸਕਦੇ ਹਾਂ। ਐਂਡ ਸਿਲੈਕਟਿਵ ਇਰੇਜ਼ਿੰਗ ਆਫ ਵਨ ਔਰ ਮੋਰ ਲੋਕੇਸ਼ਨ ਇਜ਼ ਨੋਟ ਪੋਸੀਬਲ। ਇਹਦੇ ਵਿੱਚ ਆਪਾਂ ਸਿਲੈਕਟਿਵਲੀ ਇਰੇਜ਼ਿੰਗ ਨਹੀਂ ਕਰ ਸਕਦੇ, ਯਾਨੀ ਕਿ ਕੁਝ ਕੁ ਡਾਟਾ ਅਗਰ ਆਪਾਂ ਚਾਹੀਏ ਉਹ ਚੇਂਜ ਕਰਨਾ ਹੈ ਤਾਂ ਆਪਾਂ ਕੁਝ ਕੁ ਡਾਟਾ ਸਿਰਫ ਸਿਲੈਕਟਿਵਲੀ ਡਾਟਾ ਚੇਂਜ ਨਹੀਂ ਕਰ ਸਕਦੇ, ਸਿਲੈਕਟਿਵਲੀ ਡਾਟਾ ਇਰੇਜ਼ ਨਹੀਂ ਕਰ ਸਕਦੇ। ਇੱਕ ਵਾਰ 'ਚ ਸਾਰੀ ਦੀ ਸਾਰੀ ਹੀ ਡਾਟਾ ਇਰੇਜ਼ ਹੋਏਗਾ, ਉਸ ਤੋਂ ਬਾਅਦ ਆਪਾਂ ਨੂੰ ਸਾਰਾ ਡਾਟਾ ਦੁਬਾਰਾ ਤੋਂ ਸਟੋਰ ਕਰਨਾ ਪਏਗਾ। ਨੈਕਸਟ ਟਾਈਪ ਹੈ EEPROM। EE ਦੇ ਵਿੱਚ ਜੋ ਫਰਸਟ E ਹੈ that is stands for electrically erasable programmable ROM. ROM is read only memory. So EEPROM is programmed and erased electrically. ਜੋ ਇਹ ਵਾਲੀ EEPROM ਸੀ ਇਹਨੂੰ ਆਪਾਂ ਇਰੇਜ਼ ਕਰਨਾ ਹੋਵੇ ਤਾਂ ਸਪੈਸ਼ਲ ਇਕਵਿਪਮੈਂਟ ਦੀ ਲੋੜ ਪੈਂਦੀ ਸੀ, ਸਪੈਸ਼ਲ ਆਪਾਂ ਨੂੰ ਅਲਟਰਾਵਾਇਲਟ ਰੇਜ਼ ਉਹਦੇ ਵਿੱਚ ਪਾਸ ਕਰਨੀਆਂ ਪੈਂਦੀਆਂ ਸੀ, ਬਟ ਇੱਥੇ ਹੁਣ ਆਪਾਂ ਇਲੈਕਟ੍ਰੀਕਲੀ ਇਰੇਜ਼ ਕਰ ਸਕਦੇ ਹਾਂ। ਐਂਡ ਇਰੇਜ਼ਡ ਇਲੈਕਟ੍ਰੀਕਲੀ it can be erased and reprogrammed about 10,000 times. So approximately ਆਪਾਂ ਇਹਨੂੰ 10,000 times reprogrammed ਕਰ ਸਕਦੇ ਹਾਂ, ਦੁਬਾਰਾ ਤੋਂ delete ਕਰਕੇ ਦੁਬਾਰਾ ਤੋਂ ਡਾਟਾ ਉਹਦੇ 'ਚ ਸਟੋਰ ਕਰਵਾ ਸਕਦੇ ਹਾਂ। So any location can be selectively erased and programmed. ਇਹਦੇ ਵਿੱਚੋਂ ਅਗਰ ਆਪਾਂ ਇੱਕ ਸਿੰਗਲ ਇੰਸਟਰਕਸ਼ਨ ਨੂੰ ਵੀ ਚੇਂਜ ਕਰਨਾ ਹੈ, ਸਿੰਗਲ ਇੰਸਟਰਕਸ਼ਨ ਨੂੰ ਵੀ ਇਰੇਜ਼ ਕਰਨਾ ਹੈ ਤਾਂ ਆਪਾਂ ਕਰ ਸਕਦੇ ਹਾਂ। So erasing and reprogramming is done dynamically without removing the EEPROM IC from the circuit. ਸੋ ਆਪਾਂ ਨੂੰ ਕੰਪਿਊਟਰ ਤੋਂ ਇਹਨੂੰ ਬਾਹਰ ਕੱਢਣ ਦੀ ਜ਼ਰੂਰਤ ਨਹੀਂ ਹੈ, ਆਪਾਂ ਇਲੈਕਟ੍ਰੀਕਲੀ ਇਹਨੂੰ ਰੀਪ੍ਰੋਗਰਾਮਿੰਗ ਜਾਂ ਇਲੈਕਟ੍ਰੀਕਲੀ ਇਹਦੇ ਵਿੱਚੋਂ ਜੋ ਵੀ ਡਾਟਾ ਹੈ ਇਰੇਜ਼ ਕਰ ਸਕਦੇ ਹਾਂ। ਸੋ ਇਹ ਸੀ ਰੋਮ ਦੀਆਂ ਟਾਈਪਸ। ਦੈਨ ਨੈਕਸਟ ਹੈ ਫਲੈਸ਼ ਮੈਮਰੀ। ਫਲੈਸ਼ ਮੈਮਰੀ ਦੇ ਵਿੱਚ ਕੀ ਹੁੰਦਾ ਹੈ, ਫਲੈਸ਼ ਮੈਮਰੀ ਇਜ਼ ਅ ਸਪੈਸ਼ਲ ਟਾਈਪ ਆਫ EEPROM that can be erased and modified in blocks in one bulk operation. ਸੋ ਇਹਨੂੰ ਆਪਾਂ ਇੱਕ ਸਿੰਗਲ ਆਪਰੇਸ਼ਨ ਦੇ ਵਿੱਚ ਜੋ ਵੀ ਹੈ ਡਾਟਾ ਇਹਦੇ ਵਿੱਚੋਂ ਇਰੇਜ਼ ਕਰ ਸਕਦੇ ਹਾਂ। ਸੋ ਸੀਰੀਅਲ ਇਰੇਜ਼ਿੰਗ ਐਂਡ ਮੋਡੀਫਿਕੇਸ਼ਨ ਇਜ਼ ਆਲਸੋ ਪੋਸੀਬਲ। ਇਹਦੇ ਵਿੱਚ ਆਪਾਂ ਸੀਰੀਅਲ ਵਰਡ ਬਾਈ ਵਰਡ ਇਰੇਜ਼ਿੰਗ ਜਾਂ ਫਿਰ ਜੋ ਵੀ ਇੱਕ ਸਿੰਗਲ ਇੰਸਟਰਕਸ਼ਨ ਦੀ ਅਗਰ ਮੋਡੀਫਿਕੇਸ਼ਨ ਕਰਨੀ ਹੈ ਉਹ ਵੀ ਇਹਦੇ ਵਿੱਚ ਪੋਸੀਬਲ ਹੈ। ਅਪਾਰਟ ਫਰੋਮ ਇਟਸ ਯੂਜ਼ ਇਨ ਏ ਕੰਪਿਊਟਰ, the flash memory is used in several other equipments such as mobile phones, digital camera, LAN switch, etc. ਸੋ ਜੋ ਆਪਾਂ ਮੈਮਰੀ ਕਾਰਡਸ ਯੂਜ਼ ਕਰਦੇ ਹਾਂ, ਪੈਨ ਡਰਾਈਵਸ ਯੂਜ਼ ਕਰਦੇ ਹਾਂ, ਉਹ ਵੀ ਕਿਹਦੀ ਐਗਜ਼ਾਮਪਲਸ ਨੇ, ਫਲੈਸ਼ ਮੈਮਰੀ ਦੀਆਂ ਐਗਜ਼ਾਮਪਲਸ ਨੇ। ਸੋ ਦੀ ਕਰੰਟ ਟ੍ਰੈਂਡ ਇਜ਼ ਮੈਮਰੀ ਸਟਿਕ, ਜਿਹਨੂੰ ਆਪਾਂ ਪੈਨ ਡਰਾਈਵ ਬੋਲਦੇ ਹਾਂ। ਸੋ ਮੈਮਰੀ ਸਟਿਕ ਮੇਡ ਆਫ ਫਲੈਸ਼ ਮੈਮਰੀ ਦੈਟ ਇਜ਼ ਅਟੈਚ ਟੂ USB ਯੂਨੀਵਰਸਲ ਸੀਰੀਅਲ ਬਸ। ਸੋ ਜੋ ਪੈਨ ਡਰਾਈਵ ਹੁੰਦੀ ਹੈ ਉਹਦੇ ਵਿੱਚ ਮੈਮਰੀ ਸਟਿਕ ਉਹਨੂੰ ਕਹਿ ਸਕਦੇ ਹਾਂ। ਸੋ ਪੈਨ ਡਰਾਈਵ ਦੇ ਉਹ ਕਿਹਦੇ ਨਾਲ ਅਟੈਚ ਹੁੰਦੀ ਹੈ, USB ਨਾਲ, ਆਫ ਪਰਸਨਲ ਕੰਪਿਊਟਰ, ਸੋ ਦੈਟ ਵਨ ਕੈਨ ਕੈਰੀ ਇਟ ਐਨੀਵੇਅਰ। ਸੋ ਜਨਰਲੀ ਜੋ ਵੀ ਆਪਾਂ ਡਾਟਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੈਰੀ ਕਰਦੇ ਹਾਂ ਆਪਾਂ ਅੱਜ ਕੱਲ੍ਹ ਪੈਨ ਡਰਾਈਵ ਦੇ ਥਰੂ ਕਰਦੇ ਹਾਂ। ਸੋ ਕਿਹਦੀ ਐਗਜ਼ਾਮਪਲ ਹੈ, ਫਲੈਸ਼ ਮੈਮਰੀ ਦੀ। ਸੋ ਲਾਈਕ ਏ ਫਲੋਪੀ ਡਿਸਕ ਫॉर ਡਾਟਾ ਐਕਸਚੇਂਜ ਬਿਟਵੀਨ ਕੰਪਿਊਟਰ। ਸੋ ਪਹਿਲਾਂ ਫਲੋਪੀ ਡਿਸਕ ਯੂਜ਼ ਹੁੰਦੀ ਸੀ, ਹੁਣ ਤੁਸੀਂ ਕਹਿ ਸਕਦੇ ਹੋ ਕਿ ਪੈਨ ਡਰਾਈਵ ਆਪਾਂ ਯੂਜ਼ ਕਰਦੇ ਹਾਂ। ਸੋ ਇਹ ਸੀ ਪ੍ਰਾਇਮਰੀ ਮੈਮਰੀ, ਮੈਮਰੀ ਦੀਆਂ ਟਾਈਪਸ, ਐਂਡ RAM ਐਂਡ ROM। Thank you.